ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ जुड़ बैठी परम सन्मानयोग सत्कारयोग गुरु की साजी और नवाजी हुई गुरु का खास रूप गुरु खालसा साध संगत जीओ वड्डियां भागां वाले हो कि अमृत वेले तो गुरु चरनां च जुड़ के सतगुरां दी रब्बी बाणी धुर की बाणी श्री आसा जी दी वार दे शब्द कीर्तन रागी ਸਿੰਘਾਂ ਦੀ रसना तो सरवण कीते हैं। गुरुदेव जी ने अमृत वेले पावन पवित्र श्री मुखवाक की दात सानू सारिਆਂ ਨੂੰ बख्श के नवाजिया है। कुछ समय ਲਈ सुरतियां बिरतियां सतगुरु जी के शब्द नाल जोड़िए। शब्द मरो फिर जीवो साध ही। सतगुरां दे शब्द द्वारा जिहड़े अपने आपे भाव नूं मार लैंदे ने सदैवी तौर ते जीवंदे हन। गुरु के पावन शब्द नूं अपने हिरदे च वसाउंदियां ਸਾਹਿਬ ਦੇ पवित्र चरनां विच अपणियां हाजरियां लवाउंदे आखो जी सतनाम श्री वाहिगुरु साहिब जी। सतनाम श्री वाहिगुरु साहिब जी। राम कली महला पंजवा अष्टपदी। एक ओंकार सतगुर प्रसाद। राम कली राग है। पंजवें पातशाह धन गुरु अर्जन देव साहिब जी का उचारण किया गया पावन पवित्र श्री मुखवाक शब्द है। अष्टपदी है। मंगलाचरण करते ने वाहिगुरु एक अदुती है। ओंकार जो सारियां विच व्यापक और सर्ब दा प्रकाशक है। सतगुरां दी किरपा द्वारा तिस पार ब्रह्म परमेश्वर दे स्वरूप दी प्राप्ति हुंदी है। ये मंगलाचरण करके महाराज जी शब्द दी प्रारंभता करते हैं। दर्शन भेटत पाप सब नासै हर सों देह मिलाई। गुरु दे दर्शनां दा प्रताप की है पंजवें पातशाह दस रहे ने। गुरु दे दर्शनां दी महिमा गुरु दे दर्शनां दा प्रताप। सतगुरु जी दे दर्शन कीतिਆਂ पाप नस जाते हैं। दर्शन भेटत पाप सब नस है। सतगुरु जी दे दर्शन करके सारे पाप नस जाते हैं। जन्म साखी च जिक्र आउंदा है। धन गुरु नानक देव साहब जी एक नगर विच गए जिहड़ा नगर ठगां दा नगर सी। रात एक घर विच ठहरे। ठगां दी विਉਂਤਬੰਦੀ सी भी जदों रात नूं सौणगे सुते पियां नूं मार के जो कुछ कोल होवेगा खो लवांगे। देवनेत ऐसी हुई भी सब सुते रह गए। सतगुरु जी सुबह उठे ते महाराज भाई बाला जी मरदाना जी समेत चल पे। पिछों ठगां दी जाग लगी। अख खुली ते वेखण लगे भी किधर गए। पैड़ लभदे पिछे पिछे जंगल च आ गए। सतगुरां नूं घेर लिया। कहंदे जी असीं नहीं तुहानूं जाण देना। जे तुसीं चले गए साडे नगर दी बदनामी होवेगी। असीं तुहानूं लुटना, तुहाडे कोलों खोहना जो कुछ है ते फिर कतल करना।
ਜਗਤ ਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਜੇ ਕਤਲ ਕਰਨਾ ਤੇ ਘੱਟੋ ਘੱਟ ਇੰਨਾ ਕੁ ਕੰਮ ਜ਼ਰੂਰ ਕਰ ਦਿਓ ਵੀ ਸਾਡੇ ਸਰੀਰਾਂ ਦਾ ਅੰਤਮ ਸੰਸਕਾਰ ਕਰ ਦਿਓ। ਕਹਿੰਦੇ ਜੀ ਉਹਦੇ ਲਈ ਅੱਗ ਚਾਹੀਦੀ ਹੈ। ਪਾਤਸ਼ਾਹ ਕਹਿੰਦੇ ਉਹ ਸਾਹਮਣੇ ਚਿਖਾ ਬਲਦੀ ਆ, ਉੱਥੋਂ ਅੱਗ ਲੈ ਆਓ। ਇਹ 4 ਜਣੇ ਸੀ, 2 ਜਣੇ ਮਹਾਰਾਜ ਜੀ ਕੋਲ ਰੁਕ ਗਏ, 2 ਚਲੇ ਗਏ। ਜਦੋਂ ਜਾ ਕੇ ਚਿਖਾ ਦੇ ਕੋਲ ਇਹਨਾਂ ਨੇ ਵੇਖਿਆ ਤੇ ਉੱਥੇ ਝਗੜਾ ਹੋ ਰਿਹਾ ਹੈ। ਦੇਵਦੂਤ ਤੇ ਜਮਦੂਤ ਲੜ ਰਹੇ ਨੇ। ਜਮਦੂਤ ਕਹਿੰਦੇ ਵੀ ਇਹ ਜਿਹੜਾ ਮੁਰਦਾ ਸੜ ਰਿਹਾ ਇਹਨੇ ਸਾਰੀ ਜ਼ਿੰਦਗੀ ਪਾਪ ਕੀਤੇ ਨੇ, ਗੁਨਾਹ ਕੀਤੇ ਨੇ, ਇਹਨੂੰ ਅਸੀਂ ਲੈ ਕੇ ਜਾਣਾ। ਦੇਵਦੂਤ ਇਹ ਕਹਿ ਰਹੇ ਨੇ ਕਿ ਭਾਵੇਂ ਇਹਨੇ ਸਾਰੇ ਜੀਵਨ 'ਚ ਪਾਪ ਕੀਤੇ ਨੇ ਪਰ ਹੁਣ ਇਹਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਪ੍ਰਾਪਤ ਕਰ ਲਈ ਹੈ, ਉਹਨਾਂ ਦਾ ਇਸ਼ਾਰਾ ਇਸ ਵੱਲ ਹੋ ਗਿਆ, ਇਸ ਕਰਕੇ ਇਹਦੇ ਪਾਪ ਕੱਟੇ ਗਏ ਨੇ, ਇਹਨੂੰ ਅਸੀਂ ਲੈ ਕੇ ਜਾਣਾ। ਅਖੀਰ ਉਹ ਦੇਵਦੂਤ ਉਸ ਚਿਖਾ ਵਿੱਚ ਸੜਨ ਵਾਲੇ ਜੀਵ ਨੂੰ ਲੈ ਕੇ ਗਏ। ਇਹ ਵੇਖ ਕੇ ਬੜੇ ਹੈਰਾਨ ਹੋਏ ਵੀ ਜਿਨ੍ਹਾਂ ਨੂੰ ਅਸੀਂ ਕਤਲ ਕਰਨ ਵਾਸਤੇ ਤਿਆਰੀ ਕਰੀ ਬੈਠੇ ਆ, ਉਹ ਤਾਂ ਆਪਣੀ ਇੱਕ ਦ੍ਰਿਸ਼ਟੀ ਨਾਲ, ਇਸ਼ਾਰੇ ਨਾਲ ਜੀਵਾਂ ਦੇ ਪਾਪ ਕੱਟ ਕੇ ਉਹਨਾਂ ਨੂੰ ਮੁਕਤੀ ਪ੍ਰਦਾਨ ਕਰਨ ਵਾਲੇ ਨੇ। ਵਾਪਸ ਆਏ, ਨਾਲ ਦੇ ਸਾਥੀਆਂ ਨੂੰ ਵੀ ਦੱਸਿਆ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਹਿ ਪਏ। ਮਹਾਰਾਜ ਜੀ ਬਖਸ਼ ਲਓ। ਉਹ ਸਾਰਾ ਨਗਰ ਜਿਹੜਾ ਠੱਗਾਂ ਦਾ ਸੀ ਮਹਾਰਾਜ ਜੀ ਦਾ ਸੇਵਕ ਹੋ ਗਿਆ। ਸਤਿਗੁਰੂ ਜੀ ਦੇ ਦਰਸ਼ਨ ਹੀ ਪਾਪ ਕੱਟ ਦਿੰਦੇ ਹਨ। ਹੁਣ ਇਹ ਸਾਰੇ ਨਗਰ ਨੇ ਕਿੰਨੇ ਪਾਪ ਕੀਤੇ ਹੋਣਗੇ, ਕਿੰਨਿਆਂ ਨੂੰ ਕਤਲ ਕੀਤਾ ਹੋਣਾ, ਕਿੰਨਿਆਂ ਨੂੰ ਠੱਗਿਆ ਹੋਵੇਗਾ। ਸਤਿਗੁਰੂ ਜੀ ਨੇ ਜਾ ਕੇ ਆਪਣੇ ਦਰਸ਼ਨ ਦਿੱਤੇ ਨੇ ਤੇ ਦਰਸ਼ਨਾਂ ਦੇ ਪ੍ਰਤਾਪ ਨਾਲ ਹੀ ਸਾਰੇ ਨਗਰ ਦਾ ਭਾਰ ਉਤਾਰਾ ਕਰ ਦਿੱਤਾ। ਗੁਰੂ ਪਾਤਸ਼ਾਹ ਦੇ ਦਰਸ਼ਨ ਹੀ ਇਤਨੇ ਪ੍ਰਤਾਪੀ ਹਨ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਦਰਸ਼ਨ ਭੇਟਤ ਪਾਪ ਸਭ ਨਾਸੈ ਹੈ। ਸਤਿਗੁਰੂ ਜੀ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਨਸ ਜਾਂਦੇ ਹਨ। ਹਰ ਸਿਉ ਦੇ ਮਿਲਾਈ, ਕੱਲੇ ਪਾਪ ਹੀ ਨਹੀਂ ਨਸਦੇ, ਪਾਪਾਂ ਦਾ ਹੀ ਨਹੀਂ ਨਾਸ ਹੁੰਦਾ। ਸਤਿਗੁਰੂ ਜੀ ਤਰਸ ਕਰਕੇ ਆਪਣਿਆਂ ਸੇਵਕਾਂ ਨੂੰ ਹਰੀ ਨਾਲ ਮਿਲਾ ਦਿੰਦੇ ਨੇ, ਪਰਮੇਸ਼ਰ ਨਾਲ ਮਿਲਾ ਕੇ ਅਭੇਦ ਕਰ ਦਿੰਦੇ ਨੇ। ਹਰ ਸਿਉ ਦੇ ਮਿਲਾਈ, 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 ਹਰ ਸਿਉ ਦੇ ਮਿਲਾਈ। ਸਤਿਗੁਰੂ ਜੀ ਹਰੀ ਨਾਲ ਮਿਲਾ ਕੇ ਅਭੇਦ ਕਰ ਦਿੰਦੇ ਨੇ। ਹਰ ਸਿਉ ਲੈਨ ਮਿਲਾਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਸਤਿਗੁਰੂ ਜੀ ਦੇ ਦਰਸ਼ਨ ਪਾਪ ਨਸ਼ਟ ਕਰ ਦਿੰਦੇ ਨੇ। ਦਰਸ਼ਨ ਦੇਖਤ ਦੋਖ ਨਸੇ। ਦਰਸ਼ਨ ਕੀਤਿਆਂ ਜਿਤਨੇ ਦੋਸ਼ ਨੇ ਨਸ ਜਾਂਦੇ ਨੇ। ਜਿਵੇਂ ਸੂਰਜ ਦੇ ਕੋਲ ਜਾਇਆ ਸੁੱਤੇ ਸਿੱਧ ਰੌਸ਼ਨੀ ਮਿਲ ਜਾਂਦੀ ਹੈ, ਜਿਵੇਂ ਹਿਮਾਲਿਆ ਦੇ ਪਰਬਤ ਦੇ ਪਹਾੜਾਂ ਵਿੱਚ ਜਾ ਕੇ ਸੁੱਤੇ ਸਿੱਧ ਸ਼ੀਤਲਤਾ ਮਿਲ ਜਾਂਦੀ ਹੈ, ਤਿਵੇਂ ਸਤਿਗੁਰੂ ਜੀ ਦੇ ਦਰਸ਼ਨ ਕੀਤਿਆਂ ਸੁੱਤੇ ਸਿੱਧ ਪਾਪਾਂ ਤੋਂ ਨਿਰਵਿਰਤੀ ਹੋ ਜਾਂਦੀ ਹੈ। ਜਿਤਨੇ ਪਾਪ ਕਰਮ ਨੇ ਗੁਰੂ ਕੇ ਦਰਸ਼ਨ ਕਰਦਿਆਂ ਛੁੱਟਦੇ ਚਲੇ ਜਾਂਦੇ ਨੇ। ਅੱਜ ਹੋਰ ਕੱਲ ਹੋਰ। ਗੁਰੂ ਸਾਹਿਬ ਦੇ ਦਰਸ਼ਨ ਹੀ ਇਹੋ ਜਿਹੀ ਕਲਾ ਵਾਲੇ। ਜੇ ਕੋਈ ਵੀ ਮਾਈ ਭਾਈ ਰੋਜ਼ਾਨਾ ਸਤਿਗੁਰੂ ਜੀ ਦੇ ਦਰਸ਼ਨਾਂ ਹਾਂ ਭਾਵਨਾ ਨਾਲ, ਐਸਾ ਨਹੀਂ ਕਿ ਲੰਘਿਆ ਜਾਂਦਾ ਤੁਰਿਆ ਜਾਂਦਾ ਕਿ ਚਲੋ ਜਿਵੇਂ ਕੋਈ ਅਹਿਸਾਨ ਕਰਨਾ ਹੁੰਦਾ, ਐਸਾ ਨਹੀਂ। ਭਾਵਨਾ ਨਾਲ ਜੇ ਕੋਈ ਸਤਿਗੁਰਾਂ ਦੇ ਆ ਕੇ ਰੋਜ਼ ਦਰਸ਼ਨ ਹੀ ਕਰਕੇ ਚਲਾ ਜਾਏ ਨਾ, ਤੇ ਦਰਸ਼ਨਾਂ ਨਾਲ ਹੀ ਉਸ ਜੀਵ ਦਾ ਪਾਰ ਉਤਾਰਾ ਹੋ ਜਾਣਾ।
ਦਰਸ਼ਨ ਕਰਦਿਆਂ ਸੁੱਤੇ ਸਿੱਧ ਮਾੜੀਆਂ ਆਦਤਾਂ ਛੁੱਟਣ ਲੱਗ ਪੈਂਦੀਆਂ। ਜਦੋਂ ਕੋਈ ਆ ਕੇ ਦਰਸ਼ਨ ਕਰਦਾ, ਦਰਸ਼ਨ ਕਰਦਿਆਂ ਮਹਿਸੂਸ ਕਰਦਾ ਵੀ ਇਹ ਕੰਮ ਮੈਂ ਮਾੜਾ ਕਰਦਾ, ਉਹਦੇ ਅੰਦਰ ਦੀ ਚੇਤਨਾ ਜਿਹੜੀ ਹੈ, ਜਿਹਨੂੰ ਆਪਾਂ ਸਵੈ ਭਾਵ ਕਹਿ ਸਕਦੇ ਹਾਂ, ਉਹ ਜਾਗਰਤ ਹੋਣਾ ਸ਼ੁਰੂ ਹੋ ਜਾਂਦਾ ਕਿ ਮੇਰੇ ਕੋਲ ਆ ਵੀ ਕੰਮ ਮਾੜਾ ਹੋ ਰਿਹਾ, ਆ ਵੀ ਹੋ ਰਿਹਾ। ਸੁੱਤੇ ਸਿੱਧ ਉਹਦੇ ਕੋਲੋਂ ਮਾੜੇ ਭੈੜੇ ਕਰਮ ਛੁੱਟਣ ਲੱਗ ਪੈਂਦੇ ਨੇ। ਇਹ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਪ੍ਰਤਾਪ ਹੈ। ਇਸ ਕਰਕੇ ਕਹਿੰਦੇ ਦਰਸ਼ਨ ਕਰਦਿਆਂ ਸਾਰੇ ਪਾਪ ਨਸ ਜਾਂਦੇ ਨੇ। ਔਰ ਜਦੋਂ ਸਾਰੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ, ਅੰਤःਕਰਨ ਬਿਲਕੁਲ ਸ਼ੁੱਧ ਹੋ ਜਾਂਦਾ ਹੈ, ਤਾਂ ਸ਼ੁੱਧ ਅੰਤਸ਼ ਕਰਨ ਵਾਲੇ ਗੁਰਸਿੱਖਾਂ ਨੂੰ, ਜਗਿਆਸੂਆਂ ਨੂੰ ਸਤਿਗੁਰੂ ਜੀ ਪਰਮੇਸ਼ਰ ਨਾਲ ਮਿਲਾ ਕੇ ਅਭੇਦ ਕਰ ਦਿੰਦੇ ਨੇ। ਬਾਸ਼ਰਤ ਹੈ ਜੇ ਅੰਤःਕਰਨ ਸ਼ੁੱਧ ਹੋਵੇਗਾ ਤਾਂ। ਤੇ ਅੰਤःਕਰਨ ਦੀ ਸ਼ੁੱਧੀ ਉਦੋਂ ਹੁੰਦੀ ਜਦੋਂ ਪਾਪ ਨਸ਼ਟ ਭ੍ਰਸ਼ਟ ਹੁੰਦੇ ਨੇ। ਤੋਂ ਪਾਪਾਂ ਦੇ ਨਾਸ ਹੋਣ ਤੋਂ ਬਾਅਦ ਹਰੀ ਨਾਲ ਸਤਿਗੁਰਾਂ ਨੇ ਮਿਲਾ ਦਿੱਤਾ, ਅਭੇਦ ਕਰ ਦਿੱਤਾ। ਮੇਰਾ ਗੁਰ ਪਰਮੇਸ਼ਰ ਸੁਖਦਾਈ। ਰਹਾਉ ਦੀਆਂ ਪੰਕਤੀਆਂ 'ਚ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਮੇਰਾ ਗੁਰੂ ਪਰਮੇਸ਼ਰ ਹੈ। ਮੇਰਾ ਗੁਰੂ ਪਰਮੇਸ਼ਰ ਹੈ। ਪਰਮੇਸ਼ਰ ਤੇ ਮੇਰੇ ਗੁਰੂ 'ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਔਰ ਮੇਰਾ ਗੁਰੂ ਜਿੱਥੇ ਪਰਮੇਸ਼ਰ ਹੈ, ਉੱਥੇ ਉਹ ਸੁਖਦਾਈ ਵੀ ਹੈ। ਸੁਖਦਾਈ, ਸੁਖ ਦੇਣ ਵਾਲਾ। ਆਹਾ, ਉਹਦੇ 'ਚ ਹੈ ਹੀ ਸਦਾ ਸੁਖ, ਉਹਦੇ 'ਚ ਹੈ ਹੀ ਸਦਾ ਆਨੰਦ, ਉਹਦੇ 'ਚ ਹੈ ਹੀ ਸਦਾ ਖੇੜਾ। ਸੂਰਜ ਵਿੱਚ ਤੁਸੀਂ ਹਨੇਰੇ ਦੀ ਕਲਪਨਾ ਨਹੀਂ ਕਰ ਸਕਦੇ, ਪਰਮੇਸ਼ਰ ਦੇ ਸਵਰੂਪ ਵਿੱਚ ਤੁਸੀਂ ਕਦੇ ਦੁੱਖ ਦੀ ਕਲਪਨਾ ਨਹੀਂ ਕਰ ਸਕਦੇ। ਉਹਦੇ ਸਵਰੂਪ ਵਿੱਚ ਸਦਾ ਸੁੱਖ ਹੈ। ਤੋ ਮੇਰਾ ਪਰਮੇਸ਼ਰ ਸੁਖਦਾਈ ਹੈ ਔਰ ਉਹ ਗੁਰੂ ਰੂਪ ਹੋ ਕੇ ਸੰਸਾਰ ਵਿੱਚ ਦਰਸ਼ਨ ਦੇ ਰਿਹਾ ਹੈ। ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਖਾਈ। ਗੁਰਦੇਵ ਨੇ ਸਾਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਇਆ, ਅਕਾਲ ਪੁਰਖ ਦਾ ਨਾਮ ਦ੍ਰਿੜ ਕਰਾਇਆ, ਪਰਪੱਕ ਕਰਾ ਦਿੱਤਾ ਵੀ ਸਿੱਖਾ ਇਹਦੇ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ। ਦ੍ਰਿੜ ਕਰਾਣਾ, ਜਿਵੇਂ ਕਿਸੇ ਨੂੰ ਕੋਈ ਕਹਿ ਦਿੰਦਾ ਨਾ ਵੀ ਸੱਜਣਾ ਆਹ ਕੰਮ ਕੀਤੇ ਬਿਨਾਂ ਨਹੀਂ ਤੇਰਾ ਛੁਟਕਾਰਾ। ਸਤਿਗੁਰੂ ਜੀ ਵੀ ਸਪਸ਼ਟ ਕਹਿੰਦੇ ਬਿਨ ਹਰ ਭਜਨ ਨਹੀਂ ਛੁਟਕਾਰਾ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਤਤਵ ਦੀ ਵਿਚਾਰ ਹੈ ਕਿ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋਣਾ। ਇਹ ਨਾਮ ਗੁਰੂ ਏਦਾਂ ਨਾਮ ਦ੍ਰਿੜ ਕਰਾਉਂਦੇ ਸਤਿਗੁਰੂ। ਤੋ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਦਾ ਅੰਮ੍ਰਿਤ ਨਾਮ ਜਦੋਂ ਮੇਰੇ ਸਤਿਗੁਰਾਂ ਨੇ ਮੈਨੂੰ ਦ੍ਰਿੜਾਇਆ, ਉਹ ਅੰਮ੍ਰਿਤ ਨਾਮ ਜਿਸ ਨੇ ਮੇਰੇ ਅੰਤਲੇ ਸਮੇਂ ਮੇਰਾ ਸਹਾਈ ਬਣਨਾ, ਅੰਤੇ ਹੋਏ ਸਖਾਈ। ਅੰਤਲੇ ਸਮੇਂ ਮੇਰਾ ਮਦਦਗਾਰ ਹੋਣਾ, ਮੇਰਾ ਸਹਾਈ ਹੋਣਾ, ਐਸਾ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਰਹਾਉ ਸਗਲ ਦੁਖ ਕਾ ਡੇਰਾ ਭੰਨਾ, ਸੰਤ ਧੂਰ ਮੁਖ ਲਾਈ। ਮੇਰੇ ਸਾਰੇ ਦੁੱਖਾਂ ਦਾ ਡੇਰਾ ਭੰਨਿਆ। ਦੁੱਖਾਂ ਦਾ ਡੇਰਾ ਕਿਹੜਾ? ਅਗਿਆਨ, ਜਿਹਨੂੰ ਆਪਾਂ ਅਵਿਦਿਆ ਕਹਿੰਦੇ ਆ, ਅੰਧਕਾਰ ਕਹਿੰਦੇ ਆ। ਜਿੱਥੇ ਅਗਿਆਨ ਹੈ ਉੱਥੇ ਦੁੱਖ ਹੈ, ਜਿੱਥੇ ਗਿਆਨ ਹੈ ਉੱਥੇ ਦੁੱਖ ਨਹੀਂ ਹੈ। ਜਿਤਨੇ ਵੀ ਦੁੱਖ ਨੇ ਅਗਿਆਨ ਕਰਕੇ ਨੇ। ਤੁਸੀਂ ਟੁਰੇ ਜਾਂਦੇ, ਜੇ ਤੁਹਾਨੂੰ ਰਸਤੇ ਦਾ ਨਹੀਂ ਨਾ ਪਤਾ ਤੇ ਭਟਕ ਗਏ ਉਹ ਰਸਤਾ, ਇਤਨੀ ਪਰੇਸ਼ਾਨੀ ਦਾ ਸਬਬ ਬਣ ਜਾਂਦਾ, ਬੰਦਾ ਦੁਖੀ ਹੋ ਜਾਂਦਾ ਕਿ ਕਿੱਧਰ ਜਾਵਾਂ, ਪਤਾ ਹੀ ਨਹੀਂ ਲੱਗਦਾ। ਰਸਤਾ ਜਦੋਂ ਭਟਕ ਜਾਏ, ਕਿਤੇ ਕਿਸੇ ਨਗਰ 'ਚ ਜਾਣਾ, ਕਿਸੇ ਸ਼ਹਿਰ 'ਚ ਜਾਂਦੇ ਆ, ਰਾਹ ਭਟਕ ਜਾਏ, ਪਰੇਸ਼ਾਨ ਹੋ ਜਾਂਦਾ ਨਾ। ਅਗਿਆਨ ਕਰਕੇ ਜਿਹਨੂੰ ਪਤਾ ਸੀ ਵੀ ਇਹ ਰਸਤਾ ਸੱਜੇ ਮੁੜਨਾ, ਇੱਧਰ ਨੂੰ ਜਾਣਾ, ਇੱਧਰ ਨੂੰ ਜਾਣਾ, ਉਸ ਬਿਨਾਂ ਕਿਸੇ ਤਕਲੀਫ ਤੋਂ ਉੱਥੇ ਪਹੁੰਚ ਜਾਂਦਾ। ਨਹੀਂ ਪਤਾ ਤੇ ਦੁਖੀ ਹੁੰਦਾ। ਜਿਤਨੇ ਦੁੱਖ ਨੇ ਉਹ ਅਗਿਆਨ ਕਰਕੇ ਨੇ।
ਜਦੋਂ ਕੋਈ ਤਤਵ ਗਿਆਨ ਵਿੱਚ ਸਥਿਰ ਹੋ ਜਾਂਦਾ ਫਿਰ ਉਹ ਵੇਖਦਾ ਵੀ ਇਹ ਦੁੱਖ ਤਾਂ ਦੁੱਖ ਹੈ ਹੀ ਨਹੀਂ, ਇਹ ਤਾਂ ਸਭ ਕਲਪਨਾ ਮਾਤਰ ਸੀ, ਇਹ ਮੇਰੀ ਕੀਤੀ ਹੋਈ ਕਲਪਨਾ ਸੀ ਵੀ ਇਹ ਦੁੱਖ ਨੇ, ਤੇ ਕਲਪਨਾ ਤਾਂ ਸੱਚ ਨਹੀਂ ਹੈ। ਦੁੱਖ ਅਵਿਦਿਆ ਵਿੱਚ ਨੇ, ਦੁੱਖ ਅਗਿਆਨ ਵਿੱਚ ਨੇ, ਇਸ ਕਰਕੇ ਅਗਿਆਨ ਹੀ ਦੁੱਖਾਂ ਦਾ ਡੇਰਾ ਹੈ। ਇੱਥੇ ਪਾਤਸ਼ਾਹ ਕਹਿੰਦੇ ਸਗਲ ਦੁੱਖ ਕਾ ਡੇਰਾ ਭੰਨਾ, ਸਾਰੇ ਦੁੱਖਾਂ ਦਾ ਜਿਹੜਾ ਡੇਰਾ ਸੀ ਨਾ ਅਗਿਆਨ ਅਵਿਦਿਆ, ਉਹ ਮੇਰੇ ਗੁਰੂ ਨੇ ਭੰਨ ਦਿੱਤਾ, ਯਾਨੀ ਕਿ ਅਗਿਆਨ ਦੂਰ ਕਰ ਦਿੱਤਾ, ਮੈਨੂੰ ਗਿਆਨ ਸੰਪੰਨ ਕਰ ਦਿੱਤਾ ਤੇ ਦੁੱਖਾਂ ਦਾ ਡੇਰਾ ਭੰਨਿਆ ਗਿਆ। ਸੰਤ ਧੂਰ ਮੁਖ ਲਾਈ, ਸੰਤ ਜਨਾਂ ਦੇ ਚਰਨਾਂ ਦੀ ਧੂੜੀ ਮੈਂ ਆਪਣੇ ਮੁਖ ਤੇ ਮਸਤਕ ਤੇ ਲਾਈ ਹੈ। ਸਾਧੂਆਂ ਦੇ ਚਰਨਾਂ ਦੀ ਧੂੜ, ਕਿਉਂਕਿ ਉਸ ਧੂੜੀ ਵਿੱਚ ਵੀ ਬਰਕਤ ਹੈ। ਸੰਤ ਜਨਾਂ ਦੇ ਚਰਨ ਜਿਸ ਜਗ੍ਹਾ ਤੇ ਪੈਂਦੇ ਨੇ ਖਾਲਸਾ ਜੀ, ਉਹ ਤੀਰਥ ਹੋ ਜਾਂਦੀ ਹੈ, ਉਹ ਥਾਂ ਪਵਿੱਤਰ ਹੋ ਜਾਂਦੀ ਹੈ। ਪੁੱਛਿਆ ਕਿ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ, ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਰੀ ਦਾ ਦਾਸ ਵੱਡਾ, ਜਿਹੜਾ ਤੀਰਥ ਹੀ ਇਸ ਧਰਤੀ ਤੇ ਲਿਆ। ਜਾਹਰ ਨਬੀ ਤਪੈ ਭਾਗੀਰਥ ਆਣੀ, ਭਗੀਰਥ ਗੰਗਾ ਇਸ ਧਰਤੀ ਤੇ ਲੈ ਆਇਆ, ਇਹਦਾ ਮਤਲਬ ਹਰੀ ਦਾ ਦਾਸ ਵੱਡਾ ਨਾ। ਫਿਰ ਹਰੀ ਦੇ ਪਿਆਰੇ ਵੱਡੇ ਨੇ, ਜਿੱਥੇ ਚਰਨ ਪੈਂਦੇ ਨੇ ਉਹ ਥਾਂ ਪਵਿੱਤਰ ਹੋ ਜਾਂਦੀ ਹੈ, ਤੀਰਥ ਹੋ ਜਾਂਦੀ ਹੈ। ਜਿੱਥੇ ਜਿੱਥੇ ਕਿਸੇ ਮਹਾਤਮਾ ਨੇ ਸਾਧਨਾ ਕੀਤੀ ਹੈ, ਜਿਸ ਜਿਸ ਜਗ੍ਹਾ ਤੇ ਕਿਸੇ ਸੰਤ ਨੇ ਬੰਦਗੀ ਕੀਤੀ ਹੈ, ਉਹ ਥਾਂ ਐਸੇ ਪਾਕ ਤੇ ਪਵਿੱਤਰ ਹੋ ਗਏ, ਉੱਥੇ ਸਦਾ ਵਾਸਤੇ ਜੋੜ ਮੇਲੇ ਲੱਗਣ ਲੱਗ ਪੈਂਦੇ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਉਹਨਾਂ ਸਥਾਨਾਂ ਤੇ ਹਾਜ਼ਰੀਆਂ ਭਰਦੀਆਂ ਕਿ ਸਾਧੂਆਂ ਦੇ ਚਰਨਾਂ ਦੀ ਧੂੜੀ, ਉਸ ਸਥਾਨ ਦੀ ਧੂੜੀ ਪ੍ਰਾਪਤ ਹੋ ਜਾਏ। ਚਾਹੇ ਉਹ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਪੁਰਸ਼ਾਂ ਦੀ ਤਪੋ ਭੂਮੀ ਹੈ, ਚਾਹੇ ਉਹ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਪੁਰਸ਼ਾਂ ਦਾ ਤਪ ਸਥਾਨ ਹੈ। ਕਿਤਨੇ ਕਿਤਨੇ ਮਹਾਪੁਰਸ਼ ਨੇ। ਲੋਕ ਕਹਿੰਦੇ ਜੀ ਮਹਾਤਮਾ ਨਹੀਂ ਹੁੰਦੇ, ਗੁਰੂ ਨਾਨਕ ਦੇ ਪੰਥ ਵਿੱਚ ਕਿੱਡੇ ਕਿੱਡੇ ਵੱਡੇ ਮਹਾਤਮਾ ਹੋਏ। ਬਾਬਾ ਵੀਰ ਸਿੰਘ ਜੀ, ਸੰਤ ਅਤਰ ਸਿੰਘ ਜੀ, ਸੰਤ ਹਰਨਾਮ ਸਿੰਘ ਜੀ ਜੈਸੇ ਕਿਤਨੇ ਹੀ ਮਹਾਪੁਰਸ਼, ਜਿੱਥੇ ਭਜਨ ਕੀਤਾ ਉਹ ਥਾਂ ਤੀਰਥ ਹੋ ਗਈ, ਉਹ ਅਸਥਾਨ ਪਵਿੱਤਰ ਹੋ ਗਏ। ਤੋ ਸਾਧੂਆਂ ਦੇ ਚਰਨਾਂ ਦੀ ਧੂੜ, ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਖਾਕ ਮੈਂ ਆਪਣੇ ਮੁਖ ਤੇ ਆਪਣੇ ਮਸਤਕ ਤੇ ਲਾਉਂਦਾ ਹਾਂ। ਪਤਤ ਪੁਨੀਤ ਕੀਏ ਖਨ ਭੀਤਰ, ਅਗਿਆਨ ਅੰਧੇਰ ਵੰਜਾਈ। ਮਹਾਰਾਜ ਜੀ, ਤੁਹਾਡੇ ਸਾਧੂਆਂ ਦੇ ਚਰਨਾਂ ਦੀ ਧੂੜੀ ਦੀ ਬਰਕਤ ਇਹ ਹੈ ਵੀ ਜਿਹੜੇ ਪਾਪੀ ਨੇ ਉਹ ਪੁਨੀਤ ਹੋ ਜਾਂਦੇ ਨੇ ਉਸ ਧੂੜੀ ਦੀ ਬਰਕਤ ਨਾਲ। ਪਤਤ ਪੁਨੀਤ ਕੀਏ ਖਿਨ ਭੀਤਰ, ਪਤਤ ਜਿਹੜੇ ਪਾਪੀ ਸਨ ਉਹ ਇੱਕ ਖਿਨ ਮਾਤਰ ਦੇ ਸਮੇਂ 'ਚ ਪੁਨੀਤ ਪਵਿੱਤਰ ਹੋ ਗਏ। ਅਗਿਆਨ ਅੰਧੇਰ ਵੰਝਾਈ, ਜਿਹੜਾ ਅਗਿਆਨਤਾ ਦਾ ਅੰਧਕਾਰ ਸੀ, ਹਨੇਰਾ ਸੀ, ਉਹ ਵੰਝਾਈ, ਉਹ ਸਾਡੇ ਹਿਰਦੇ 'ਚੋਂ ਦੂਰ ਹੋ ਗਿਆ। ਅਗਿਆਨਤਾ ਦੀ ਹਨੇਰੇ ਦੀ ਬਿਰਤੀ ਹਿਰਦੇ 'ਚੋਂ ਨਿਰਵਿਰਤ ਹੋ ਗਈ। ਕਰਨ ਕਾਰਨ ਸਮਰੱਥ ਸੁਆਮੀ, ਨਾਨਕ ਤਿਸ ਸਰਣਾਈ। हे ਪ੍ਰਭੂ, ਤੂੰ ਕਰਨ ਵਾਲਾ ਹੈ, ਤੂੰ ਕਾਰਨ ਵੀ ਹੈ ਸਾਰੇ ਜਗਤ ਦਾ, ਸਮਰੱਥ ਹੈ, ਸਰਬ ਕਲਾ ਸਮਰੱਥ ਦੇਵ, ਜੋ ਚਾਹੇ ਮਰਜ਼ੀ ਕਰ ਸਕਦਾ। ਸਮਰੱਥ ਉਹਨੂੰ ਕਹਿੰਦੇ ਨੇ ਜੋ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ ਹੋਵੇ, ਚਾਹਵੇ ਤੇ ਗੂੰਗੇ ਦੇ ਸਿਰ ਤੇ ਛੜੀ ਧਰੇ ਤੇ ਉਹਨੂੰ ਬੋਲਣ ਲਾ ਦੇ, ਚਾਹੇ ਤੇ ਪਿੰਗਲੇ ਨੂੰ ਪਰਬਤ ਤੇ ਚੜ੍ਹਨ ਯੋਗ ਕਰ ਦੇਵੇ। ਸਮਰੱਥ ਵਾਸਤੇ ਜਿਹੜਾ ਅਸੰਭਵ ਸ਼ਬਦ ਹੈ ਨਾ, ਸਮਰੱਥ ਵਾਸਤੇ ਅਸੰਭਵ ਸ਼ਬਦ ਨਹੀਂ ਹੈ ਵੀ ਇਹ ਨਹੀਂ ਹੋ ਸਕਦਾ। ਧੰਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਡਿਕਸ਼ਨਰੀ ਹੈ, ਕੋਸ਼ ਹੈ, ਉਹਦੇ 'ਚ ਅਸੰਭਵ ਨਾਮ ਦਾ ਸ਼ਬਦ ਹੈ ਹੀ ਨਹੀਂ ਵੀ ਆਹ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਕੁਝ ਵੀ ਹੋ ਸਕਦਾ, ਜਲ ਤੋਂ ਥਲ ਹੋ ਸਕਦਾ, ਥਲ ਤੋਂ ਖੂਹ ਬਣ ਸਕਦੇ ਹੈ, ਖੂਹ ਤੋਂ ਸਮੇਰ ਹੋ ਸਕਦਾ ਹੈ।
ਮੂਰਖ ਪੰਡਤ ਹੋ ਸਕਦੇ ਨੇ, ਪੰਡਤ ਮੂਰਖ ਹੋ ਸਕਦੇ ਨੇ, ਰਾਜੇ ਭਿਖਾਰੀ ਬਣ ਸਕਦੇ ਆ, ਭਿਖਾਰੀ ਰਾਜੇ ਹੋ ਸਕਦੇ ਆ। ਸਮਰੱਥ ਵਾਸਤੇ ਕੁਝ ਵੀ ਅਸੰਭਵ ਨਹੀਂ। ਦਇਆ ਹੋ ਜਾਏ ਤੇ ਭਿਖਾਰੀ ਰਾਜਾ ਹੋ ਜਾਂਦਾ ਹੈ, ਤੇ ਜੇ ਕਿਤੇ ਉਹ ਪੱਠੀ ਨਜ਼ਰ ਹੋ ਜੇ ਤੇ ਸੁਲਤਾਨਾ ਕਾਹੂ ਕਰਾਏ ਦਾ ਰਾਜੇ ਭਿਖਾਰੀ ਹੋ ਜਾਂਦੇ। ਸ਼ਰਮ ਕਰਤੇ ਅੱਡ ਦਾਮ ਕੋ ਤੇ ਗਨੀ ਤਨੀਤਾ। ਜਿਹੜੇ ਅੱਧੀ ਦਮੜੀ ਪਿੱਛੇ ਵੀ ਮਿਹਨਤਾਂ ਮਸ਼ੱਕਤਾਂ ਘਾਲਦੇ ਫਿਰਦੇ ਸੀ, ਜਦੋਂ ਸਾਹਿਬ ਦੀ ਦਇਆ ਦ੍ਰਿਸ਼ਟੀ ਹੋਈ ਤੇ ਧਨਵਾਨ ਹੋ ਗਏ, ਸ਼ਾਹੂਕਾਰ ਹੋ ਗਏ। ਸਮਰੱਥ ਦਾ ਮਤਲਬ ਇਹ ਹੈ, ਸਮਰੱਥ ਚਾਹੇ ਮਾਸ ਖਾਣ ਵਾਲਿਆਂ ਨੂੰ ਘਾਹ ਖਾਣ ਲਾ ਸਕਦਾ ਹੈ, ਸਮਰੱਥ ਚਾਹੇ ਤੇ ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਲਾ ਸਕਦਾ ਹੈ। ਸ਼ੇਰ ਮਰਦਾ ਮਰ ਜਾਏ ਮਾਸ ਤੋਂ ਬਿਨਾਂ ਘਾਹ ਨਹੀਂ ਖਾਂਦਾ, ਪਰ ਜੇ ਉਹ ਚਾਹੇ ਤਾਂ ਮਾਸ ਖਾਣ ਵਾਲੇ ਉਸ ਸ਼ੇਰ ਨੂੰ ਘਾਹ ਖਾਣ ਲਾ ਸਕਦਾ ਹੈ। ਸਮਰੱਥ ਜੋ ਹੈ। ਨਰਾਇਣੇ ਦੀ ਧਰਤੀ ਤੇ ਰਾਜਸਥਾਨ ਵਿੱਚ ਜੈਪੁਰ ਦੇ ਨੇੜੇ ਕਲਗੀਧਰ ਸੁਆਮੀ ਕਹਿੰਦੇ ਦਾਦੂ ਦੀਨ ਦਿਆਲ ਦੇ ਦਿਓਰੇ ਤੇ, ਮੰਤ ਜੀ ਤੁਹਾਡੀ ਇਹ ਜਵਾਰੀ ਸਾਡੇ ਬਾਜ ਛਕ ਲੈਣਗੇ। ਹਾਲਾਂਕਿ ਬਾਜ ਮਰਦਾ ਮਰ ਜਾਏ ਮਾਸ ਤੋਂ ਬਿਨਾਂ ਕੁਝ ਹੋਰ ਨਹੀਂ ਖਾਂਦਾ, ਪਰ ਉੱਥੇ ਜਵਾਰੀ ਖਾਧੀ ਹੈ। ਸਮਰੱਥ ਚਾਹੇ ਤਾਂ ਕੁਝ ਵੀ ਕਰ ਸਕਦਾ। ਸਮਰੱਥ ਦੀ ਕਲਾ ਗੁਰੂ ਖਾਲਸਾ ਜੀ ਸਦਾ ਹੀ ਵਰਤਦੀ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਮਰੱਥ ਦੇਵ ਦੀ ਕਲਾ ਸਦਾ ਹੀ ਵਰਤਦੀ। ਆ ਤੁਸੀਂ ਕਿਤੇ ਨਾ ਕਿਤੇ ਰੋਜ਼ ਹੀ ਕੁਝ ਨਾ ਕੁਝ ਸੁਣਦੇ ਹੋ। ਕਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਕਲਾ ਵਰਤਦੀ ਹੈ। ਕੁਝ ਸਮਾਂ ਹੋਇਆ ਹੈਦਰਾਬਾਦ ਗਏ ਸੀ, ਉੱਥੇ ਇੱਕ ਬਜ਼ੁਰਗ ਮਾਈ ਮੈਨੂੰ ਮਿਲੀ ਬੜੀ ਸ਼ਰਧਾ ਭਾਵਨਾ ਨਾਲ ਕਿ ਤੁਸੀਂ 9ਵੇਂ ਪਾਤਸ਼ਾਹ ਦੇ ਸਥਾਨ ਤੋਂ ਆਏ ਹੋ। ਕਹਿਣ ਲੱਗੀ ਮੈਂ ਯਾਤਰਾ ਤੇ ਗਈ ਹੋਈ ਸੀ ਪੰਜਾਬ, ਸਿਰ ਵਿੱਚ ਖੁਰਕ ਪੈ ਗਈ, ਬਹੁਤ ਲੰਮੇ ਸਮੇਂ ਤੋਂ ਉਸ ਬਿਮਾਰੀ ਨਾਲ ਜੂਝ ਰਹੀ ਸੀ, ਖੁਰੁੰਡ ਬਣ ਜਾਣੇ ਖੁਰਕ ਖੁਰਕ ਕੇ ਸਿਰ ਵਿੱਚ, ਦਵਾਈਆਂ ਇਲਾਜ ਬਥੇਰੇ ਕੀਤੇ। ਕਹਿੰਦੇ ਜਦੋਂ ਯਾਤਰਾ ਤੇ ਅਸਥਾਨਾਂ ਤੇ ਚਲਦਿਆਂ ਚਲਦਿਆਂ ਮੈਂ ਗਰਮੀ ਵਿੱਚ ਬਹੁਤ ਜ਼ਿਆਦਾ ਸਿਰ 'ਚ ਖੁਰਕ ਹੋ ਰਹੀ ਸੀ। ਦੁੱਖ ਨਿਵਾਰਨ ਸਾਹਿਬ ਆਈ ਬੜੀ ਪਰੇਸ਼ਾਨ, ਆ ਕੇ 9ਵੇਂ ਪਾਤਸ਼ਾਹ ਦੇ ਦਰਬਾਰ 'ਚ ਨਤਮਸਤਕ ਹੋਈ, ਇਸ਼ਨਾਨ ਪਾਨ ਕੀਤਾ ਤੇ ਜੋਤ ਕੋਲ ਜਾ ਕੇ ਨਮਸਕਾਰ ਕੀਤੀ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ ਤੇ ਕਹਿੰਦੇ ਸੀਸ ਤੇ ਮੈਂ ਏਦਾਂ ਹੱਥ ਲਾ ਕੇ 9ਵੇਂ ਪਾਤਸ਼ਾਹ ਨੂੰ ਆਖਿਆ ਵੀ ਕਿਰਪਾ ਕਰੋ। ਕਹਿੰਦੇ ਕੁਝ ਮਿੰਟਾਂ ਬਾਅਦ ਹੀ ਜਿਹੜੀ ਖੁਰਕ ਦਵਾਈ ਖਾ ਕੇ ਵੀ ਠੀਕ ਨਹੀਂ ਸੀ ਹੋਈ, ਮਹਾਰਾਜ ਜੀ ਦੀ ਕਲਾ ਵਰਤੀ, ਮੈਂ ਬਿਲਕੁਲ ਤੰਦਰੁਸਤ ਹੋ ਗਈ। ਉਹ ਬਕਾਇਦਾ ਕਹਿੰਦੀ ਮੈਂ ਦੱਸਣ ਵਾਸਤੇ ਆਈ ਹਾਂ ਤੁਹਾਨੂੰ, ਬੜੀ ਦੂਰੋਂ ਚੱਲ ਕੇ ਆਈ ਸੀ ਸਮਾਗਮ ਵਿੱਚ। ਗੁਰੂ ਸਾਹਿਬ ਜੀ ਦੀ ਕਲਾ ਸਤਿਗੁਰਾਂ ਦੇ ਅਸਥਾਨਾਂ ਤੇ ਵਰਤਦੀ ਹੈ। ਸਮਰੱਥ ਦੇਵ ਦੀ ਕਲਾ ਸदैवी ਹੈ। ਉਹ ਕਲਾ ਇਹ ਨਹੀਂ ਵੀ ਅੱਜ ਵਰਤੇਗੀ ਕੱਲ ਨਹੀਂ, ਜਾਂ ਕੱਲ ਵਰਤੇਗੀ ਤਾਂ ਪਰਸੋਂ ਨਹੀਂ। ਸਮਰੱਥ ਦੀ ਕਲਾ ਸदैवी ਸਰਬ ਸਥਾਨਾਂ ਤੇ ਵਰਤਦੀ ਹੈ। ਪਾਤਸ਼ਾਹ ਤੁਸੀਂ ਸਮਰੱਥ ਦੇਵ ਹੋ, ਇੱਥੇ ਕਹਿ ਰਹੇ ਨੇ ਪੰਜਵੇਂ ਪਾਤਸ਼ਾਹ। ਕਰਨ ਕਾਰਨ ਸਮਰੱਥ ਸੁਆਮੀ, ਤੁਸੀਂ ਸਭ ਕਾਰਨਾਂ ਦੇ ਕਰਨ ਵਾਲੇ ਸਮਰੱਥ ਸੁਆਮੀ ਹੋ। ਨਾਨਕ ਤਿਸ ਸਰਣਾਈ, ਜਿਹੜਾ ਉਹ ਸਮਰੱਥ ਦੇਵ ਹੈ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਹਾਂ, ਮੈਂ ਉਹਦੀ ਪਨਾਹ ਵਿੱਚ ਹਾਂ। ਬੰਧਨ ਤੋੜ ਚਰਨ ਕਮਲ ਦਿਰੜਾਏ, ਏਕ ਸ਼ਬਦ ਲਿਵ ਲਾਈ। ਮੇਰੇ ਬੰਧਨ ਤੋੜ ਕੇ ਮੈਂ ਚਰਨ ਕਮਲ ਮਹਾਰਾਜ ਜੀ ਦੇ ਹਿਰਦੇ 'ਚ ਦ੍ਰਿੜ ਕਰ ਲੈਣਾ। ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਏਕ ਸ਼ਬਦ ਲਿਵ ਲਾਈ। ਜਦੋਂ ਸਤਿਗੁਰਾਂ ਦੇ ਇੱਕ ਸ਼ਬਦ ਵਿੱਚ ਮੈਂ ਆਪਣੀ ਲਿਵ ਲਾਈ ਤੇ ਮੇਰੇ ਬੰਧਨ ਤੋੜ ਕੇ
ਮੇਰੇ ਸਾਹਿਬ ਨੇ ਆਪਣੇ ਚਰਨ ਤੇ ਕਮਲ ਮੇਰੇ ਹਿਰਦੇ 'ਚ ਦ੍ਰਿੜ ਕਰਵਾ ਦਿੱਤੇ। ਅੰਧਕੂਪ ਵਿਖਿਆ ਤੇ ਕੱਢਿਓ, ਸਾਚ ਸ਼ਬਦ ਬਣਾਈ। ਮੈਨੂੰ ਅੰਨੇ ਖੂਹ ਤੋਂ, ਜਿਹੜੇ ਵਿਸ਼ੇ ਵਿਕਾਰਾਂ ਦੇ ਅੰਨੇ ਖੂਹ ਸਨ, ਉਹਦੇ ਵਿੱਚੋਂ ਮੈਨੂੰ ਕੱਢ ਲਿਆ। ਅੰਨਾ ਖੂਹ ਸੀ ਜਿਹਦੇ 'ਚ ਡਿੱਗਿਆ ਕਈ ਜਨਮਾਂ ਤੋਂ ਜ਼ਿੰਦਗੀ ਬੀਤ ਰਹੀ ਸੀ। ਕਈ ਜਨਮ ਵਿਸ਼ਿਆਂ ਦੇ ਉਸ ਖੂਹ 'ਚ ਡਿੱਗਿਆਂ ਹੀ ਬੀਤ ਗਏ। ਜਿਵੇਂ ਭਾਈ ਮੱਝ ਨੂੰ ਕੱਢਿਆ ਗੁਰੂ ਅਰਜਨ ਸਾਹਿਬ ਨੇ ਖੂਹ 'ਚੋਂ, ਕਹਿੰਦੇ ਮੈਨੂੰ ਬਾਹਰ ਕੱਢ ਲਿਆ ਵਿਸ਼ਿਆਂ ਦੇ ਖੂਹ ਤੋਂ। ਸਾਚ ਸ਼ਬਦ ਬਣ ਆਈ। ਸਤਿਗੁਰੂ ਜੀ ਦਾ ਜਿਹੜਾ ਸੱਚਾ ਸ਼ਬਦ ਹੈ, ਉਪਦੇਸ਼ ਹੈ, ਉਹਦੇ ਨਾਲ ਮੇਰੀ ਬਣ ਆਈ। ਯਾਨੀ ਕਿ ਗੁਰੂ ਕੇ ਪਾਵਨ ਪਵਿੱਤਰ ਉਪਦੇਸ਼ ਨੂੰ ਮੈਂ ਆਪਣੇ ਹਿਰਦੇ 'ਚ ਵਸਾ ਲਿਆ, ਔਰ ਮੇਰੇ ਗੁਰੂ ਨੇ ਮੈਨੂੰ ਸੰਸਾਰ ਦੇ ਇਸ ਅੰਨੇ ਖੂਹ 'ਚੋਂ ਬਾਹਰ ਕੱਢ ਲਿਆ, ਵਿਸ਼ਿਆਂ ਵਿਕਾਰਾਂ ਦੇ ਇਸ ਖੂਹ 'ਚੋਂ ਬਾਹਰ ਕੱਢ ਲਿਆ। ਜਨਮ ਮਰਨ ਕਾ ਸਹਸਾ ਚੁਕਾ, ਬਹੁੜ ਕਤਹੁ ਨਾ ਧਾਈ। ਮੇਰੇ ਜਨਮ ਤੇ ਮਰਨ ਦਾ ਸਹਸਾ ਚੁੱਕਿਆ ਗਿਆ। ਜਨਮ ਮਰਨ ਕਾ ਸਹਸਾ ਚੁਕਾ, ਬਾਹੜ ਕਤਹੁ ਨਾ ਧਾਈ। ਮੇਰੇ ਜਨਮ ਤੇ ਮਰਨ ਦਾ ਸੰਸਾ ਸੰਦੇਹ ਚੁੱਕਿਆ ਗਿਆ। ਹੁਣ ਮੈਨੂੰ ਮੁੜ ਕੇ ਕਿਤੇ ਭੱਜਣਾ ਨਹੀਂ ਪਵੇਗਾ, ਯਾਨੀ ਕਿ ਜਨਮ ਤੇ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪਵੇਗਾ। ਨਾਮ ਰਸਾਇਣ ਇਹੋ ਮਨ ਰਾਤਾ, ਅੰਮ੍ਰਿਤ ਪੀ ਤ੍ਰਿਪਤਾਈ। ਏ ਪ੍ਰਭੂ, ਤੇਰਾ ਨਾਮ ਰਸਾਇਣ, ਤੇਰੇ ਨਾਮ ਅੰਮ੍ਰਿਤ ਨੂੰ ਮੈਂ ਆਪਣੇ ਇਸ ਮਨ ਨੂੰ ਨਾਮ ਰਸਾਇਣ ਦੇ ਰੰਗ ਵਿੱਚ ਰੰਗ ਲਿਆ। ਅੰਮ੍ਰਿਤ ਪੀ ਤ੍ਰਿਪਤਾਈ। ਤੇਰੇ ਨਾਮ ਅੰਮ੍ਰਿਤ ਨੂੰ ਪੀ ਕੇ ਮੈਂ ਤ੍ਰਿਪਤ ਹੋ ਗਿਆ ਹਾਂ, ਰੱਜ ਗਿਆ ਹਾਂ। ਨਾ ਇਸ ਲੋਕ ਦੇ ਕਿਸੇ ਪਦਾਰਥ ਦੀ ਕਾਂਖਾ ਰਹੀ ਹੈ, ਨਾ ਪਰਲੋਕ ਦੇ ਕਿਸੇ ਪਦਾਰਥ ਦੀ ਮੁਕਤੀ ਤੱਕ ਦੀ ਵੀ ਕਾਂਖਾ ਨਹੀਂ ਰਹੀ। ਸੰਤ ਸੰਗ ਮਿਲ ਕੀਰਤਨ ਗਾਇਆ, ਨਿਹਚਲ ਵਸਿਆ ਜਾਈ। ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਤੇਰਾ ਕੀਰਤਨ ਗਾਇਆ। ਖਾਲਸਾ ਜੀ, ਜੋ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ੀ ਹੈ ਨਾ, ਇੱਕ ਐਸੀ ਅਮੋਲਕ ਵਸਤੂ ਬਖਸ਼ੀ ਹੈ ਜਿਹਦਾ ਦੁਨੀਆ ਵਿੱਚ ਕੋਈ ਮੁੱਲ ਨਹੀਂ, ਪੂਰੇ ਸੰਸਾਰ ਭਰ 'ਚ ਕੋਈ ਮੁੱਲ ਨਹੀਂ। ਐਸੀ ਅਮੋਲਕ, ਇੱਕ ਅਮੋਲਕ ਹੀਰਾ ਕੀਰਤਨ, ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਪਰਮੇਸ਼ਰ ਦਾ ਇਹ ਕੀਰਤਨ ਨਿਰਮੋਲਕ ਹੀਰਾ, ਜਿਹਦਾ ਕੋਈ ਮੁੱਲ ਨਹੀਂ। ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਮੈਂ ਪਰਮੇਸ਼ਰ ਦਾ ਕੀਰਤਨ ਗਾਇਆ। ਸੰਤ ਸੰਗ ਮਿਲ ਕੀਰਤਨ ਗਾਇਆ। ਅੱਜ ਜਿੱਥੇ ਤੁਸੀਂ ਜੁੜ ਬੈਠੇ ਹੋ, ਸਤ ਸੰਗਤ ਤੇ ਸੰਤ ਸੰਗਤ ਹੈ। ਜਿੱਥੇ ਸਤ ਦੀ ਗੱਲ ਹੋਵੇ ਉਹ ਸੰਤ ਸੰਗਤ ਹੈ। ਤੋ ਸੰਤ ਸੰਗਤ ਵਿੱਚ ਮਿਲ ਕੇ ਹਰੀ ਦਾ ਕੀਰਤਨ ਗਾਇਆ। ਕਥਾ ਦੇ ਰੂਪ ਵਿੱਚ ਗਾਵੋ, ਚਾਹੇ ਕੀਰਤਨ ਦੇ ਰੂਪ। ਜਿਹੜੀ ਕਥਾ ਹੈ ਇਹ ਵੀ ਕੀਰਤਨ ਹੈ ਪਰਮੇਸ਼ਰ ਦਾ। ਰਾਗੀ ਸਿੰਘ ਜੋ ਗਾਇਨ ਕਰਦੇ, ਇਹ ਵੀ ਕੀਰਤਨ ਹੈ ਪਰਮੇਸ਼ਰ ਦਾ। ਜਦੋਂ ਪਰਮੇਸ਼ਰ ਦੀ ਬਾਤ ਹੋਵੇ, ਅਕਾਲ ਪੁਰਖ ਦੀ ਬਾਤ ਹੋਵੇ, ਤਾਂ ਫਿਰ ਉਹ ਪਰਮੇਸ਼ਰ ਦਾ ਕੀਰਤਨ, ਉਹਦੀ ਕੀਰਤੀ, ਉਹਦੀ ਉਸਤਤੀ। ਤੋ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਦੋਂ ਮੈਂ ਪਰਮੇਸ਼ਰ ਦਾ ਕੀਰਤਨ ਗਾਵਿਆ, ਨਿਹਚਲ ਵਸਿਆ ਜਾਈ। ਤੇ ਕਹਿੰਦੇ ਮੈਂ ਜਿਹੜੀ ਚਲਾਏਮਾਨ ਨਹੀਂ ਹੁੰਦੀ ਜਗ੍ਹਾ, ਨਿਹਚਲ, ਜਿਹੜੀ ਥਾਂ ਕਦੇ ਚਲਾਏਮਾਨ ਨਹੀਂ ਹੁੰਦੀ, ਯਾਨੀ ਕਿ ਮੇਰਾ ਉਹ ਨਿਜ ਘਰ, ਨਿਜ ਸਵਰੂਪ, ਜਿਹਦੇ ਤੋਂ ਖੁੰਝਿਆ, ਜਿਹਦੇ ਤੋਂ ਨਿਕਲਿਆ ਕਈ ਜਨਮ ਹੋ ਗਏ ਨੇ ਮੈਨੂੰ ਭਟਕਦਿਆਂ, ਉਹ ਨਿਹਚਲ ਥਾਂ ਮੈਨੂੰ ਨਿਜ ਸਵਰੂਪ ਦਾ ਪ੍ਰਾਪਤ ਹੋ ਗਿਆ। ਨਿਜ ਘਰ ਦੀ ਮੈਨੂੰ ਪ੍ਰਾਪਤੀ ਹੋ ਗਈ। ਪੂਰੇ ਗੁਰ ਪੂਰੀ ਮਤ ਦੀਨੀ, ਹਰ ਬਿਨ ਆਨਣਾ ਭਾਈ। ਮੇਰੇ ਪੂਰੇ ਗੁਰੂ ਨੇ ਮੈਨੂੰ ਪੂਰੀ ਮੱਤ ਦਿੱਤੀ ਹੈ। ਪੂਰੇ ਗੁਰੂ ਦੀ ਮੱਤ ਵੀ ਪੂਰੀ, ਅਧੂਰਿਆਂ ਦੀ ਮੱਤ ਅਧੂਰੀ। ਪੂਰੇ ਗੁਰੂ ਦੀ ਮੱਤ ਪੂਰੀ। ਪੂਰੇ ਗੁਰੂ ਨੇ ਮੈਨੂੰ ਪੂਰੀ ਮੱਤ ਦਿੱਤੀ ਆ, ਹਰ ਬਿਨ ਆਨ ਨਾ ਭਾਈ।
ਕਹਿੰਦੇ ਜਦੋਂ ਮੇਰੇ ਪੂਰੇ ਗੁਰੂ ਨੇ ਮੈਨੂੰ ਪੂਰੀ ਮੱਤ ਦਿੱਤੀ ਤੇ ਉਸ ਮੱਤ ਨੂੰ ਧਾਰਨ ਕਰਕੇ ਹੁਣ ਹਰੀ ਤੋਂ ਬਿਨਾਂ ਹੇ ਭਾਈ ਮੈਨੂੰ ਕੁਝ ਹੋਰ ਨਜ਼ਰ ਆਉਂਦਾ ਹੀ ਨਹੀਂ। ਉਹ ਹਰੀ ਹੈ ਸਰਬ ਥਾਈ, ਉਹ ਪਰਮੇਸ਼ਰ ਹੀ ਹੈ ਜਿਹੜਾ ਸਰਬ ਥਾਈ ਵਸ ਰਿਹਾ ਹੈ। ਨਾਮ ਨਿਧਾਨ ਪਾਇਆ ਵਡ ਭਾਗੀ, ਨਾਨਕ ਨਰਕ ਨਾ ਜਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਵੱਡਿਆਂ ਭਾਗਾਂ ਵਾਲਿਆਂ ਨੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ। ਨਾਮ ਨਿਧਾਨ ਪਾਇਆ ਵੱਡ ਭਾਗੀ, ਵੱਡਿਆਂ ਭਾਗਾਂ ਵਾਲਿਆਂ ਨੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ। ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ, ਨਾਨਕ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨਰਕ ਨਾ ਜਾਈ, ਫਿਰ ਉਹ ਨਰਕਾਂ 'ਚ ਨਹੀਂ ਜਾਂਦੇ। ਨਾਮ ਨਿਧਾਨ ਪਾਇਆ ਵੱਡ ਭਾਗੀ, ਵੱਡਿਆਂ ਭਾਗਾਂ ਵਾਲਿਆਂ ਨੇ ਨਾਮ ਦਾ ਦਾਨ ਪ੍ਰਾਪਤ ਕੀਤਾ। ਜਿਨ੍ਹਾਂ ਨੂੰ ਇਹ ਨਾਮ ਦਾਨ ਪ੍ਰਾਪਤ ਹੋਇਆ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨਰਕ ਨਾ ਜਾਈ, ਉਹ ਕਦੇ ਨਰਕਾਂ ਵਿੱਚ ਨਹੀਂ ਜਾਂਦੇ, ਉਹਨਾਂ ਨੂੰ ਨਰਕਗਾਮੀ ਨਹੀਂ ਹੋਣਾ ਪੈਂਦਾ। ਕਾਲ ਸਿਆਣਪ ਕੁਤਨਾ ਮੇਰੀ, ਪੂਰੇ ਗੁਰੂ ਕਮਾਈ। ਗੁਰੂ ਕਾ ਸਿੱਖ ਕਦੇ ਨਹੀਂ ਕਹਿੰਦਾ ਮੈਂ ਕਮਾਈ ਕੀਤੀ, ਮੈਂ ਕਾਲਣਾ ਕਾਲੀ। ਗੁਰੂ ਕੇ ਸਿੱਖ ਦੀ ਇਹ ਭਾਵਨਾ ਮਹਾਰਾਜ, ਨਾ ਮੇਰੀ ਕੋਈ ਕਾਲ ਹੈ, ਨਾ ਮੇਰੀ ਕੋਈ ਸਿਆਣਪ ਹੈ, ਨਾ ਮੇਰੀ ਕੋਈ ਉਕਤ ਹੈ। ਹੇ ਮੇਰੇ ਸਤਿਗੁਰੂ, ਮੇਰੇ ਪੂਰੇ ਗੁਰੂ ਜੀ, ਤੁਹਾਡੀ ਕਮਾਈ ਹੈ ਜਿਹੜੀ ਮੈਂ ਖਾ ਰਿਹਾ। ਕਮਾਈ ਤੁਹਾਡੀ ਹੈ, ਖਾ ਮੈਂ ਰਿਹਾ। ਅਸੀਂ ਅਕਸਰ ਕਹਿ ਦਿੰਦੇ ਫਲਾਣੇ ਸਿੱਖ ਦੀ ਬੜੀ ਕਮਾਈ, ਅਮਕੇ ਸਿੱਖ ਦੀ ਬੜੀ ਕਮਾਈ। ਕਮਾਈ ਤਾਂ ਗੁਰੂ ਦੀ ਹੈ, ਅਸੀਂ ਤਾਂ ਖਾਣ ਵਾਲੇ ਹਾਂ। ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸ਼ਬਦ, ਜੋ ਉਹਨਾਂ ਨੇ ਆਪਣੇ ਅੰਦਰ ਮਾਣਿਆ, ਆਪਣੇ ਸ਼ਬਦ ਦੁਆਰਾ ਸਾਨੂੰ ਦੱਸ ਦਿੱਤਾ। ਫਿਰ ਕਮਾਈ ਗੁਰੂ ਦੀ ਹੋਈ ਕਿ ਸਾਡੀ ਹੋਈ? ਸਾਨੂੰ ਕੀ ਪਤਾ ਸੀ ਵੀ ਗਿਆਨ ਕੀ ਹੁੰਦਾ, ਰੱਬ ਕੀ ਹੁੰਦਾ? ਸਤਿਗੁਰੂ ਜੀ ਨੇ ਕਮਾਇਆ, ਸਾਨੂੰ ਦੱਸਿਆ, ਫਿਰ ਅਸੀਂ ਤਾਂ ਖਾਣ ਵਾਲੇ ਹੋਏ ਨਾ। ਇਸ ਕਰਕੇ ਇੱਥੇ ਬੇਨਤੀ ਕਰਦਿਆਂ ਕਹਿੰਦੇ ਮਹਾਰਾਜ ਜੀ, ਕਮਾਈ ਤਾਂ ਪੂਰੇ ਗੁਰੂ ਦੀ ਹੈ। ਜਿਹੜਾ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਦਿੱਤਾ, ਉਹਨਾਂ ਦੇ ਅੰਦਰ ਜੋ ਉਹਨਾਂ ਨੇ ਅਨੁਭਵ ਕੀਤਾ, ਆਪਣੇ ਆਪਣੇ ਸ਼ਬਦ ਦੁਆਰਾ ਸਾਨੂੰ ਦੱਸਿਆ, ਇਹ ਮੇਰੇ ਪੂਰੇ ਗੁਰੂ ਦੀ ਕਮਾਈ ਹੈ। ਮੇਰੀ ਕੋਈ ਘਾਲਣਾ ਨਹੀਂ, ਮੇਰੀ ਕੋਈ ਸਿਆਣਪ ਨਹੀਂ, ਮੇਰੀ ਕੋਈ ਉਕਤ ਜੁਗਤ ਵੀ ਨਹੀਂ। ਜਪ ਤਪ ਸੰਜਮ ਸੋਚ ਹੈ ਸੋਈ, ਆਪੇ ਕਰੇ ਕਰਾਈ। ਜਪ ਤਪ ਸੰਜਮ ਮਰਿਆਦਾ ਸੁਚ ਪਵਿੱਤਰਤਾ ਰੱਖਣੀ, ਇਹ ਵੀ ਸਭ ਕੁਝ ਉਹ ਆਪ ਹੀ ਕਰਨ ਵਾਲਾ ਹੈ ਤੇ ਆਪ ਹੀ ਕਰਾਉਣ ਵਾਲਾ ਹੈ। ਮੇਰੇ 'ਚ ਨਹੀਂ ਕੋਈ ਤਾਕਤ ਵੀ ਮੈਂ ਜਪ ਕਰ ਸਕਾਂ, ਤਪ ਕਰ ਸਕਾਂ, ਸੋਚ ਰੱਖ ਸਕਾਂ, ਮਰਿਆਦਾ ਰੱਖ ਸਕਾਂ। ਕਈ ਗੁਰਸਿੱਖਾਂ ਨੂੰ ਕਹੀਏ ਅੰਮ੍ਰਿਤ ਛਕ ਲੋ, ਕਹਿੰਦੇ ਜੀ ਸਾਡੇ ਕੋਲੋਂ ਰਹਿਤ ਨਹੀਂ ਰੱਖ ਹੋਣੀ। ਭਾਈ ਅਸੀਂ ਹਾਂ ਹੀ ਕੌਣ ਵੀ ਅਸੀਂ ਆਪ ਰਹਿਤ ਰੱਖ ਸਕੀਏ? ਰਹਿਤ ਰੱਖਣ ਦੀ ਤਾਕਤ ਵੀ ਗੁਰੂ ਨੇ ਦੇਣੀ ਹੈ। ਮਰਿਆਦਾ 'ਚ ਰਹਿਣਾ ਵੀ ਤਾਂ ਗੁਰੂ ਨੇ ਹੀ ਸਾਨੂੰ ਸਿਖਾਉਣਾ। ਗੁਰੂ ਨੇ ਬਲ ਆਪ ਹੀ ਬਖਸ਼ ਦੇਣਾ। ਪਹਿਲਾਂ ਹੀ ਹੌਸਲੇ ਢਾਏ ਹੁੰਦੇ ਆ ਕਈਆਂ ਨੇ। ਇੱਥੇ ਕਹਿ ਰਹੇ ਨੇ ਮੇਰਾ ਜਪ ਤਪ ਮੇਰੇ ਕੋਲੋਂ ਨਹੀਂ ਹੁੰਦਾ, ਮੇਰਾ ਗੁਰੂ ਮੇਰੇ ਕੋਲੋਂ ਕਰਾਉਂਦਾ ਤੇ ਹੋ ਜਾਂਦਾ। ਸੋਚ ਮਰਿਆਦਾ ਸੰਜਮ ਇਹ ਸਭ ਮੇਰਾ ਗੁਰੂ ਹੀ ਮੇਰੇ ਕੋਲੋਂ ਕਰਨ ਵਾਲਾ ਤੇ ਕਰਾਉਣ ਵਾਲਾ ਹੈ। ਉਤਰ ਕਲਤਰ ਮਹਾ ਵਿਖਿਆ ਮੈਂ, ਗੁਰ ਸਾਚੈ ਲਾਇ ਤਰਾਈ। ਪੁੱਤਰਾਂ ਵਿੱਚ, ਕਲਤਰਾਂ, ਰਿਸ਼ਤੇਦਾਰਾਂ, ਸੰਬੰਧੀਆਂ ਵਿੱਚ, ਮਹਾ ਵਿਸ਼ਿਆਂ ਵਿੱਚ ਮੈਂ ਰਹਿ ਰਿਹਾ। ਇਹਨਾਂ ਵਿੱਚ ਰਹਿੰਦਿਆਂ ਹੋਇਆਂ ਵੀ ਮੇਰੇ ਗੁਰੂ ਨੇ ਮੈਨੂੰ ਆਪਣੇ ਸੱਚੇ ਨਾਮ ਨਾਲ ਜੋੜ ਕੇ ਇਹਨਾਂ ਵਿੱਚੋਂ ਰਹਿੰਦਿਆਂ ਵੀ ਮੈਨੂੰ ਤਾਰ ਲਿਆ। ਲੋਕ ਕਹਿੰਦੇ ਆ ਵੀ ਗ੍ਰਸਤੀਆਂ ਦੀ ਮੁਕਤੀ ਨਹੀਂ ਹੁੰਦੀ। ਪੰਜਵੇਂ ਪਾਤਸ਼ਾਹ ਕਹਿੰਦੇ ਆ ਮੇਰਾ ਗੁਰੂ ਇਹੋ ਜਿਹਾ ਸਮਰੱਥ ਹੈ ਵੀ ਗ੍ਰਸਤ ਵਿੱਚ ਰਹਿੰਦਿਆਂ ਸਾਨੂੰ ਸੱਚ ਨਾਲ ਜੋੜ ਕੇ ਤਾਰ ਦਿੱਤਾ ਗੁਰੂ ਨੇ।
ਗੁਰ ਸਾਚੈ ਲਾਏ ਤਰਾਈ। ਗੁਰੂ ਨੇ ਸੱਚ ਨਾਲ ਲਾ ਕੇ ਸਾਨੂੰ ਇਸ ਭਵ ਸਾਗਰ ਤੋਂ ਤਰਾਈ ਤਾਰ ਦਿੱਤਾ ਹੈ। ਆਪਣੇ ਜੀਤੈ ਆਪ ਸੁਆਮੀ, ਆਪੇ ਲਿਏ ਲੜ ਲਾਈ। ਆਪਣੇ ਜੀਤੈ ਆਪ ਸੰਭਾਲੇ। ਆਪ ਲਿਏ ਲੜ ਲਾਈ। ਹੇ ਪ੍ਰਭੂ, ਆਪਣੇ ਜੀਆਂ ਨੂੰ ਤੂੰ ਆਪ ਸੰਭਾਲਣ ਵਾਲਾ, ਆਪਣੇ ਜੀਆਂ ਦੀ ਪਾਲਣਾ ਤੈਂ ਆਪ ਕਰਦਾ। ਤੁਮ ਦਾਤੇ ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਆਪਣੇ ਜੀ ਤਾਂ ਆਪ ਸੰਭਾਲੇ। ਇਹ ਸੰਸਾਰ ਦੇ ਜਿਤਨੇ ਵੀ ਜੀ ਨੇ ਤੇਰੇ ਆਪਣੇ ਨੇ, ਤੈਂ ਪੈਦਾ ਕੀਤੇ ਨੇ, ਤੇ ਆਪਣੇ ਇਹਨਾਂ ਜੀਆਂ ਨੂੰ ਹੇ ਪ੍ਰਭੂ ਤੂੰ ਆਪ ਹੀ ਸੰਭਾਲਣ ਵਾਲਾ ਹੈ, ਤੇ ਆਪ ਹੀ ਇਹਨਾਂ ਨੂੰ ਆਪਣਾ ਆਸਰਾ ਦੇ ਕੇ ਬਖਸ਼ਣ ਵਾਲਾ ਹੈ। ਆਪ ਲੀਏ ਲੜ ਲਾਈ। ਆਪ ਹੀ ਤਾਂ ਇਹਨਾਂ ਨੂੰ ਆਪਣੇ ਲੜ ਨਾਲ ਲਾਇਆ। ਭਾਵ ਆਪਣਾ ਆਸਰਾ, ਆਪਣੀ ਟੇਕ, ਆਪਣਾ ਆਧਾਰ ਤੈਂ ਆਪ ਹੀ ਆਪਣਿਆਂ ਸੇਵਕਾਂ ਨੂੰ ਬਖਸ਼ ਕੇ ਨਿਵਾਜਿਆ। ਹਾਂਜੀ। ਸਾਚ ਧਰਮ ਕਾ ਬੇੜਾ ਬਾਂਧਿਆ, ਭਵਜਲ ਪਾਰ ਪਵਾਈ। ਇਹ ਸਤਿਗੁਰੂ ਜੀ, ਤੁਸੀਂ ਸੱਚੇ ਧਰਮ ਦਾ ਬੇੜਾ ਬੰਨਿਆ। ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਇਹ ਬੜਾ ਵੱਡਾ ਤਰਸ ਕੀਤਾ ਕਿ ਪੰਥ ਚਲਾਇਆ, ਧਰਮ ਚਲਾਇਆ। ਗੁਰੂ ਨਾਨਕ ਸਾਹਿਬ ਦਾ ਇਹ ਧਰਮ ਸੱਚਾ ਧਰਮ ਹੈ। ਇਹ ਸੱਚੇ ਧਰਮ ਦਾ ਬੇੜਾ ਗੁਰੂ ਨਾਨਕ ਸਾਹਿਬ ਨੇ ਬੰਨਿਆ। ਇਸ ਧਰਮ ਜਿਹਾ ਦੁਨੀਆ 'ਚ ਕੋਈ ਧਰਮ ਨਹੀਂ ਸਿੱਖ ਵਾਸਤੇ। ਗੁਰੂ ਕੇ ਸਿੱਖ ਨੇ ਆਪਣੇ ਹਿਰਦੇ 'ਚ ਨਿਸ਼ਚਾ ਰੱਖਣਾ ਕਿ ਮੇਰੇ ਸਤਿਗੁਰਾਂ ਵੱਲੋਂ ਚਲਾਏ ਇਸ ਧਰਮ ਵਰਗਾ ਦੁਨੀਆ 'ਚ ਕੋਈ ਧਰਮ ਨਹੀਂ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ, ਪਰ ਮੇਰੇ ਸਤਿਗੁਰਾਂ ਦੇ ਧਰਮ ਵਰਗਾ ਦੁਨੀਆ 'ਚ ਕੋਈ ਧਰਮ ਨਹੀਂ। ਨਿਰਾਲਾ ਧਰਮ, ਨਵੇਕਲਾ ਧਰਮ, ਸਹਿਜ ਧਰਮ, ਸੁਖਦਾਈ ਧਰਮ, ਜਿਹਦੇ 'ਚ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਚਾਰਾਂ ਨੂੰ ਇੱਕ ਸਾਂਝਾ ਉਪਦੇਸ਼। ਐਸਾ ਧਰਮ, ਕਿਸੇ ਨਾਲ ਭੇਦ ਨਹੀਂ, ਕਿਸੇ ਨਾਲ ਵਿਤਕਰਾ ਨਹੀਂ। ਐਸਾ ਧਰਮ ਸਤਿਗੁਰੂ ਜੀ ਨੇ ਚਲਾਇਆ। ਸੱਚਾ ਧਰਮ ਜਿਹੜਾ ਗੁਰੂ ਨਾਨਕ ਸਾਹਿਬ ਨੇ ਚਲਾਇਆ, ਉਹ ਇਸ ਕਲਯੁਗ ਦੇ ਵਿੱਚ ਬੇੜਾ ਤਿਆਰ ਕੀਤਾ ਹੈ ਇਸ ਭਵ ਜਲ ਤੋਂ, ਸੰਸਾਰ ਤੋਂ ਤਰਨ ਦਾ। ਜਿਹੜੇ ਇਸ ਬੇੜੇ ਤੇ ਚੜੇ, ਭਵ ਜਲ ਪਾਰ ਪਵਾਈ, ਉਹਨਾਂ ਨੂੰ ਇਸ ਭਵ ਜਲ ਤੋਂ, ਇਸ ਸੰਸਾਰ ਤੋਂ ਮੇਰੇ ਮਾਲਕ ਨੇ ਆਪ ਪਾਰ ਪਵਾਈ, ਕਹੀਏ ਪਾਰ ਕਰ ਦਿੱਤਾ। ਆਪ ਉਹਨਾਂ ਨੂੰ ਪਾਰ ਉਤਾਰ ਕੇ ਆਏ ਸਤਿਗੁਰੂ। ਇਹ ਸੱਚੇ ਧਰਮ ਦਾ ਬੇੜਾ ਹੈ। ਗੁਰੂ ਖਾਲਸਾ ਜੀ ਅੱਜ ਬੜੇ ਟੁਰੇ ਫਿਰਦੇ, ਜਿਹੜੇ ਕਹਿੰਦੇ ਜੀ ਫਲਾਣਾ ਧਰਮ ਆ, ਅਮਕਾ ਆ, ਬੜੀਆਂ ਵਡਿਆਈਆਂ ਕਰਦੇ। ਯਾਦ ਰੱਖਿਓ, ਗੁਰੂ ਕੇ ਸਿੱਖ ਨੇ ਆਪਣੇ ਧਰਮ ਨੂੰ ਸੁਮੇਰ ਤੁਲ, ਦੂਸਰੇ ਧਰਮ ਨੂੰ ਰਾਈ ਤੁਲ ਕਰਕੇ ਜਾਣਨਾ। ਬੜੇ ਬੜੇ ਲੁਭਾਵਣੇ ਲਾਲਚ ਦਿੱਤੇ ਜਾਂਦੇ ਰਹੇ, ਤਸੀਹੇ ਦਿੱਤੇ ਜਾਂਦੇ ਰਹੇ, ਬੰਦ ਕੱਟੇ ਜਾਂਦੇ ਰਹੇ, ਖੋਪਰ ਲਾਏ ਗਏ, ਚਰਖੜੀਆਂ ਤੇ ਚਾੜਿਆ ਗਿਆ। ਧੰਨ ਸਾਨੂੰ ਗੁਰੂ ਕੇ ਲਾਲ ਜੀ ਨੇ ਆਖਿਆ, ਸਾਡੇ ਧਰਮ ਜਿਹਾ ਕੋਈ ਧਰਮ ਨਹੀਂ, ਅਸੀਂ ਨਹੀਂ ਇਹਦਾ ਤਿਆਗ ਕਰ ਸਕਦੇ। ਇਹ ਸੱਚਾ ਧਰਮ ਹੈ। ਕਿੱਡੀ ਵਡਿਆਈ ਸਤਿਗੁਰੂ ਕਲਗੀਧਰ ਜੀ ਨੇ ਸਾਨੂੰ ਬਖਸ਼ੀ। ਆਖਿਆ, ਇਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਇਹ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੀ ਹੈ। ਜਦੋਂ ਪਾਤਸ਼ਾਹ ਕਿਤਨੀ ਨਿਮਰਤਾ ਆਪਣੇ ਪੰਥ ਦੇ ਸਨਮੁਖ ਰੱਖਦਿਆਂ ਕਹਿੰਦੇ, ਆਪਣੇ ਸਿੱਖਾਂ ਪ੍ਰਤੀ ਕਿੱਡੀ ਵੱਡੀ ਦ੍ਰਿਸ਼ਟੀ ਰੱਖਦੇ। ਮਹਾਰਾਜ ਜੀ ਕਹਿੰਦੇ, ਇਹਨਾਂ ਦੀ ਕਿਰਪਾ ਨਾਲ ਮੈਂ ਸਜਿਆ। ਇਹ ਵਡਿਆਈ, ਇਹ ਮਾਣ ਕੇਵਲ ਤਾਂ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਿਲਿਆ ਸਿੱਖਾਂ ਨੂੰ। ਦੁਨੀਆ ਵਿੱਚ ਵੀ ਬੜੇ ਬੜੇ ਚੇਲੇ ਤੇ ਉਹਨਾਂ ਦੇ ਗੁਰੂ ਨੇ, ਪਰ ਕਦੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਏਡੀ ਵਡਿਆਈ ਤੇ ਮਾਣ ਨਹੀਂ ਬਖਸ਼ਿਆ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਿੱਖਾਂ ਨੂੰ ਪ੍ਰਾਪਤ ਹੈ। ਇਹ ਸੱਚੇ ਧਰਮ ਦਾ ਬੇੜਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਬੰਨਿਆ ਆ ਕੇ। ਕਿਉਂ ਬੰਨਣਾ ਪਿਆ? ਗੁਰੂ ਨਾਨਕ ਸਾਹਿਬ ਨੂੰ ਇਹ ਧਰਮ ਕਿਉਂ ਚਲਾਉਣਾ ਪਿਆ?
क्योंकि सब आपने आपने रुझाना, पार ब्रह्म काहू ना पछाना। किसे आख्या असीं बड़े, किसे आख्या असीं बड़े। सतगुरु सच्चे पातशाह ने आख्या ये तां धड़ियां च बद्धे हुए ने, इन्हां धड़ियां च बद्धे हुए अपना जीवन गर्क कर रहे ने। तो निराला पंथ सतगुरु गुरु नानक साहब ने चलाया। ये सच्चे धर्म का बेड़ा गुरु नानक साहब ने तैयार किया। भवजल पार पवाई, जेड़े इस बेड़े ते सवार होए उन्होंने इस भवजल तो संसार तो साहब ने पार उतारिया है। बेसुमार बेअंत सुआमी, नानक बल बल जाई। हे प्रभु तू बेशुमार है, तेरा कोई शुमार नहीं, तू बेअंत है, परे तो परे है। जो बेशुमार है, जो बेअंत है, गुरु अर्जन देव साहब कहते मैं उहदे तो बलिहार जांदा हाँ। नानक बल बल जाई, मैं उहदे तो बल बल जांदा हाँ, उहदे तो बलिहार जांदा हाँ, जो बेशुमार बेअंत सुआमी है। अकाल मूर्त अजूनी संभव, कल अंधकार दी पाई। परमेश्वर दी मूर्त अकाल है, वो अकाल मूर्त, ਉਹਦੀ हस्ती अकाल है। अजूनी है, अजूनी संभव, वो जूनिया विच नहीं आउंदा। संभव स्वते प्रकाश है, अपने आप तो बनया, ਉਹਨੂੰ ਕਿਸੇ ने बनाया नहीं। इस कली काल दे अंधकार विच उसे ने अपना दीवा जगाया होया ज्ञान दा। कल अंधकार दी पाई, कली काल दे इस समय विच जिथे अंधकार ही अंधकार है, उस अंधकार विच उसे दा ज्ञान रूपी दीवा दीपायमान हो रहा है, प्रकाशमान हो रहा है। अंतर्जामी जीवन का दाता, देखत त्रिवत अघाई। वो परमेश्वर अंतर्जामी है, संसार दे समस्त जीवां दा दाता है, अंतर्जामी है, सब जीवां नूं दातां देण वाला है। देखत तृप्त अघाई, आह कहते ਉਹਦੇ दर्शन कीते ही मन तृप्त हो जाता है। ना इस लोक दे सुखां दी कांखा रहिंदी है अगाई, ना परलोक दे सुखां दी कांखा रहिंदी है, उधरों भी रज जाईदा। दर्शन करदिआं ही वेखदिआं ही जिहड़ा अंतरजामी ते सब जीआं नूं दातां देण वाला दाता है, ਉਹਦੇ दर्शन कीतिआं ही मन रज जाता है। दर्शन देखत होत निहाला, दर्शन करने ही निहाल हो जाएगा, करतार्थ हो जाएगा। सो ऐसे साहब जी दे सुंदर दर्शन ने भाई गुरदास जी लिखदे, दर्शन देखत ही सुध की ना सुध रही, बुद्ध की ना बुद्ध रही। दर्शन करदे सुध विच सुध नहीं रही, बुद्ध विच बुद्ध नहीं रही, भाव गुरु दे ही हो गए, गुरु दे चरनां च ही समर्पण हो गए। तो सतगुरु जी दे दर्शन करदिआं तृप्त हो गए, रज गए, लोक परलोक दे किसे सुख दी कांखा नहीं रही। एक अंकार निरंजन निर्भव, ओ वाहिगुरु एक अंकार एक है, उसे दा ये सारा फैलिया होया आकार है। निरंजन माया दी कालख तो रहत है, निर्भव वो डर तो भी एक अंकार निरंजन निर्भव, ਉਹਨੂੰ डर नहीं है, किसी का भाव नहीं, खौफ नहीं, वो निर्भव है। सब जल थल रहया समाई, जितने जल थल धरती पताल आकाश आदि हन, वो सारियां विच समाया होया। जेड़ा अकाल मूर्त अजूनी संभो है, जेड़ा एक अंकार निरंजन ते निर्भव है, जेड़ा संसार दे समस्त जीवां नूं दातां देण वाला है, जिस दे दर्शन कीतिआं रज जाईदा, वो सर्व थावां ते रमिया होया। सब जल थल, सारे जलां थलां विच वो रह रहा है, सारियां विच बसदा है। भगत दान भगतां को दीना, हर नानक जाचै माई। महाराज जी तुसीं अपने भगतां नूं भगती दा दान दिता है। भगत दान भगतां को दीना, भगती दा दान अपने भगतां नूं दिता परमेश्वर ने।
ਖਾਲਸਾ ਜੀ, ਜਿਹੜਾ ਕਦਰਦਾਨ ਹੋਵੇ ਉਸੇ ਨੂੰ ਮਿਲਣਾ ਸੀ ਨਾ। ਜਿਹਨੂੰ ਕਦਰ ਹੀ ਨਾ ਹੋਵੇ ਉਹਨੂੰ ਕਿਵੇਂ ਮਿਲਦਾ ਭਗਤੀ ਦਾ ਦਾਨ। ਪਰਮੇਸ਼ਰ ਨੇ ਭਗਤੀ ਦਾ ਦਾਨ ਆਪਣੇ ਭਗਤਾਂ ਨੂੰ ਦਿੱਤਾ ਹੈ, ਕਿਉਂਕਿ ਇੱਕ ਭਗਤ ਜਾਣਦਾ ਭਗਤੀ ਦਾ ਰਸ ਕੀ ਹੈ। ਪਰਮੇਸ਼ਰ ਆਪ ਭਗਤ ਰੂਪ ਹੋ ਕੇ ਸੰਸਾਰ ਵਿੱਚ ਆਉਂਦਾ ਆਪਣੀ ਕੀਤੀ ਭਗਤੀ ਦਾ ਰਸ ਮਾਣਨ ਵਾਸਤੇ। ਇਹੋ ਜਿਹਾ ਭਗਤੀ ਦਾ ਦਾਨ ਹੈ। ਤੋ ਭਗਤਾਂ ਨੂੰ ਭਗਤੀ ਦਾ ਦਾਨ ਦਿੱਤਾ। ਹਰ ਨਾਨਕ ਜਾਚੈ ਮਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੂੰ ਮੇਰਾ ਪਿਤਾ ਤੇ ਮਾਤਾ ਰੂਪ ਹੈ। ਮੈਂ ਵੀ ਤੁਹਾਡੇ ਚਰਨਾਂ 'ਚੋਂ ਇਹ ਖੈਰ ਮੰਗਦਾ, ਇਹ ਦਾਨ ਮੰਗਦਾ ਕਿ ਜਿਹੜਾ ਦਾਨ ਤੁਸਾਂ ਨੇ ਆਪਣੇ ਭਗਤਾਂ ਨੂੰ ਬਖਸ਼ਿਆ, ਉਹ ਦਾਨ ਕਿਰਪਾ ਕਰਕੇ ਸਾਨੂੰ ਵੀ ਬਖਸ਼ ਕੇ ਨਵਾਜੋ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਵਨ ਪਵਿੱਤਰ ਬਚਨ ਉਚਾਰਨ ਕਰਕੇ ਜੋ ਪਵਿੱਤਰ ਉਪਦੇਸ਼ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਬਚਨ ਸਾਡੇ ਹਿਰਦਿਆਂ 'ਚ ਵਸਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਬੇਨਤੀ ਹੈ 8 ਅਗਸਤ ਨੂੰ ਗੁਰੂ ਕੇ ਬਾਗ ਦਾ ਮੋਰਚਾ, ਉਹਦਾ 100 ਸਾਲਾ ਸ਼ਤਾਬਦੀ ਦੇ ਨਾਲ ਹੈ। ਜਿਸ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਅਨੇਕਾਂ ਗੁਰਮੁਖਾਂ ਨੇ ਕਾਲਣਾ ਕਾਲੀਆਂ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਦਾ 100 ਸਾਲਾ ਸ਼ਹੀਦੀ ਸ਼ਤਾਬਦੀ ਦਿਵਸ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਮਹਾਰਾਜ ਜੀ ਦਾ ਸਥਾਨ ਹੈ। 8 ਅਗਸਤ ਨੂੰ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ ਔਰ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।